ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਦੇ ਵਿੱਚ। ਸੋ ਦੋਸਤੋ, ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਅਸੀਂ 9ਵੀਂ ਕਲਾਸ ਦੇ ਯਾਨੀ ਕਿ 9th ਕਲਾਸ ਦਾ ਜਿਹੜਾ ਇੰਗਲਿਸ਼ ਦਾ ਸਬਜੈਕਟ ਹੈ ਉਹਦੀ ਜਿਹੜੀ ਬੁੱਕ ਹੈ ਸਪਲੀਮੈਂਟਰੀ ਰੀਡਰ, ਉਹਦੇ ਜਿਹੜੇ ਹਨ ਸਾਰੇ ਦੇ ਸਾਰੇ ਲੈਸਨ ਅਸੀਂ ਕਰ ਰਹੇ ਹਾਂ। ਅਸੀਂ ਆਲਰੇਡੀ ਜਿਹੜੇ ਹਾਂ 6 ਲੈਸਨ ਕਰ ਚੁੱਕੇ ਹਾਂ। ਸੋ ਅੱਜ ਅਸੀਂ ਕਰਾਂਗੇ 7ਵਾਂ ਲੈਸਨ ਜੋ ਕਿ ਆਖਰੀ ਲੈਸਨ ਹੈ। ਉਹਦਾ ਨਾਮ ਹੈ ਦ ਕਿੰਗ ਹੂ ਲਿਵਡ। ਠੀਕ ਹੈ ਜੀ। ਸੋ ਦੋਸਤੋ, ਇੱਕ ਇੱਥੇ ਛੋਟੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਜੇਕਰ ਤੁਸੀਂ ਇਸ ਲੈਸਨਾਂ ਤੋਂ ਜਿਹੜੇ ਪਹਿਲੇ ਲੈਸਨ ਹਨ ਉਹਨਾਂ ਉੱਤੇ ਬਣੀਆਂ ਵੀਡੀਓ ਦੇਖਣਾ ਚਾਹੁੰਦੇ ਹੋ, ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਰੀ ਵੀਡੀਓ ਦੇ ਲਿੰਕ ਦਿੱਤੇ ਗਏ ਹਨ। ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਉਹਨਾਂ ਸਾਰੀਆਂ ਵੀਡੀਓ ਦੇ ਵਿੱਚ ਪਹਿਲਾਂ ਅਸੀਂ ਸਟੋਰੀ ਐਕਸਪਲੇਨ ਕੀਤੀ ਹੈ ਤੇ ਬਾਅਦ ਵਿੱਚ ਅਸੀਂ ਸਾਰੇ ਕੁਐਸਚਨਾਂ ਦੇ ਆਨਸਰ ਹੱਲ ਕੀਤੇ ਹੋਏ ਹਨ। ਠੀਕ ਹੈ ਜੀ। ਸੋ ਆਓ ਅੱਜ ਸ਼ੁਰੂ ਕਰਦੇ ਹਾਂ ਨਵੀਂ ਸਟੋਰੀ, ਨਵਾਂ ਲੈਸਨ ਨੰਬਰ 7 ਦ ਕਿੰਗ ਹੂ ਲਿਵਡ। ਸੋ ਦੋਸਤੋ, ਪਹਿਲਾਂ ਅਸੀਂ ਐਕਸਪਲੇਨ ਕਰਾਂਗੇ ਲੈਸਨ ਹੈ ਕੀ। ਪਰ ਦੋਸਤੋ, ਜੇਕਰ ਤੁਸੀਂ ਆਲਰੇਡੀ ਇਹ ਸਟੋਰੀ ਪੜ੍ਹ ਚੁੱਕੇ ਹੋ ਜਾਂ ਲੈਸਨ ਨੂੰ ਨਹੀਂ ਪੜ੍ਹਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਫਾਰਵਰਡ ਕਰਕੇ ਸਿੱਧਾ ਅੱਗੇ ਆ ਕੇ ਕੁਐਸਚਨ ਆਨਸਰ ਜਿਹੜੇ ਹਨ ਤੁਸੀਂ ਕਰ ਸਕਦੇ ਹੋ। ਸੋ ਆਓ ਸ਼ੁਰੂ ਕਰਦੇ ਹਾਂ ਲੈਸਨ ਨੰਬਰ 7 ਦ ਕਿੰਗ ਹੂ ਲਿਵਡ। ਸੋ ਦੋਸਤੋ, ਇਹ ਜਿਹੜੀ ਕਹਾਣੀ ਹੈ ਇਹ ਇੱਕ ਸੀਨ ਕ੍ਰੀਏਟ ਕੀਤਾ ਗਿਆ ਹੈ। ਇਹ ਸਾਰੀ ਇੱਕ ਹੀ ਸੀਨ ਦੀ ਕਹਾਣੀ ਹੈ। ਇੱਕ ਹੀ ਜਗ੍ਹਾ ਦੇ ਉੱਤੇ ਸਾਰੇ ਕਰੈਕਟਰ ਇਕੱਠੇ ਕੀਤੇ ਗਏ ਹਨ। ਜਿਵੇਂ ਇੱਕ ਰਾਜਾ ਹੈ, ਉਹਦਾ ਇੱਕ ਪ੍ਰਾਈਮ ਮਿਨਿਸਟਰ ਹੈ ਯਾਨੀ ਕਿ ਪ੍ਰਧਾਨ ਮੰਤਰੀ ਹੈ, ਇੱਕ ਚਾਂਸਲਰ ਹੈ, ਫਿਰ ਇੱਕ ਕੋਟੀਅਰ ਹੈ, ਦਰਬਾਰੀ ਹੈ। ਉਹਦੇ ਵਿੱਚ ਦੋ ਔਰਤਾਂ ਹਨ ਜੋ ਰਾਜੇ ਨੂੰ ਅਟੈਂਡ ਕਰਦੀਆਂ ਹਨ, ਜਿਨ੍ਹਾਂ ਨੂੰ ਇੰਗਲਿਸ਼ ਕਹਿੰਦੇ ਆ ਟੂ ਲੇਡੀਜ਼ ਇਨ ਵੇਟਿੰਗ। ਫਿਰ ਦੋ ਉੱਥੇ ਪੜੋਸੀ ਹਨ ਜਿਹੜੇ ਆਪਸ ਚ ਲੜਦੇ ਸੀਗੇ। ਸੋ ਇਸੇ ਤਰ੍ਹਾਂ ਹੀ ਇਹ ਕਾਫੀ ਸਾਰੇ ਕਰੈਕਟਰ ਇੱਕ ਹੀ ਜਗ੍ਹਾ ਤੇ ਇਕੱਠੇ ਹੋਏ ਹਨ। ਸੋ ਉਹਨਾਂ ਵਿੱਚ ਹੀ ਇਹ ਸਾਰੀ ਸਟੋਰੀ ਘੁੰਮਦੀ ਹੈ। ਠੀਕ ਹੈ ਜੀ। ਅਸੀਂ ਤੁਹਾਨੂੰ ਉਹਨੂੰ ਉੱਪਰ ਬਰੀਫ ਸਟੋਰੀ ਦੱਸਾਂਗੇ ਵੀ ਸਟੋਰੀ ਅਸਲ 'ਚ ਹੈ ਕੀ। ਸੋ ਇਹ ਇੱਕ ਸ਼ਹਿਰ ਦੀ ਕਹਾਣੀ ਹੈ ਜਿੱਥੇ ਇੱਕ ਨਵਾਂ ਰਾਜਾ ਜਿਹੜਾ ਹੈ ਆਇਆ ਹੈ। ਉਸ ਰਾਜੇ ਨੂੰ ਅਜੇ ਤੱਕ ਜਿਹੜਾ ਹੈ ਕੋਈ ਵੀ ਦਰਬਾਰੀ ਜਾਂ ਫਿਰ ਪ੍ਰਾਈਮ ਮਿਨਿਸਟਰ ਜਾਂ ਚਾਂਸਲਰ ਕੋਈ ਵੀ ਨਹੀਂ ਮਿਲਿਆ ਹੈ। ਸਾਰੇ ਦੇ ਸਾਰੇ ਉਹ ਦਰਬਾਰ ਦੇ ਵਿੱਚ ਇਕੱਠੇ ਹੋ ਕੇ ਉਹ ਰਾਜੇ ਦੀ ਪ੍ਰਤੀਕਸ਼ਾ ਕਰ ਰਹੇ ਹਨ ਕਿ ਰਾਜਾ ਆਵੇਗਾ। ਸੋ ਆਪਸ ਦੇ ਵਿੱਚ ਸਾਰਿਆਂ ਨੇ ਗੱਲਬਾਤ ਕਰਦੇ ਹਨ ਕਿ ਰਾਜਾ ਕਿਸ ਤਰ੍ਹਾਂ ਦਾ ਦਿਖਦਾ ਹੈ, ਉਹ ਪਹਿਲੇ ਰਾਜੇ ਦੀ ਤਰ੍ਹਾਂ ਬੁੱਢਾ ਹੈ ਕਿ ਨੌਜਵਾਨ ਹੈ ਕਿ ਖੂਬਸੂਰਤ ਹੈ। ਇਹ ਸਾਰਿਆਂ ਨੇ ਆਪਸ 'ਚ ਗੱਲਾਂ ਕਰ ਰਹੇ ਹੁੰਦੇ ਹਨ। ਸੋ ਇੰਨੇ ਦੇ ਵਿੱਚ ਹੀ ਜਿਹੜਾ ਰਾਜਾ ਹੈ ਉੱਥੇ ਪਹੁੰਚ ਜਾਂਦਾ ਹੈ। ਸੋ ਸਾਰਿਆਂ ਨੇ ਰਾਜੇ ਨੂੰ ਦੇਖ ਕੇ ਹੈਰਾਨ ਹੁੰਦੇ ਹਨ। ਰਾਜੇ ਨੇ ਆਮ ਜਿਹੇ ਕੱਪੜੇ ਪਾਏ ਹੁੰਦੇ ਹਨ ਤੇ ਉਸਨੇ ਇੱਕ ਹੈਟ ਲਈ ਹੁੰਦੀ ਹੈ। ਠੀਕ ਹੈ, ਲੋਹੇ ਦੀ ਹੈਟ ਹੁੰਦੀ ਹੈ ਤੇ ਉਹ ਆਪਸ ਦੇ ਵਿੱਚ ਸਾਰਿਆਂ ਨੇ ਗੱਲਾਂ ਕਰ ਰਹੇ ਹੁੰਦੇ ਹਨ। ਪਰ ਉਹ ਦੇਖਦੇ ਹਨ ਜਿਹੜਾ ਰਾਜਾ ਹੈ ਉਹ ਥੋੜਾ ਲੰਗੜਾ ਕੇ ਚੱਲ ਰਿਹਾ ਹੈ। ਸੋ ਰਾਜੇ ਦੇ ਪਿੱਛੇ ਇੱਕ ਕੁੱਤਾ ਹੈ ਛੋਟਾ ਜਿਹਾ। ਸੋ ਕੁੱਤੇ ਦੇ ਗਲ ਵਿੱਚ ਚੇਨ ਪਾਈ ਹੋਈ ਹੈ। ਸੋ ਉਸਦੇ ਪਿੱਛੇ ਇੱਕ ਆਦਮੀ ਚੱਲੇ ਆ ਰਹੇ ਹਨ ਤੇ ਉਸਦੇ ਨਾਲ ਰਾਜੇ ਦੇ ਮੂਹਰੇ ਦੋ ਟਰੰਪ ਵਾਲੇ ਹਨ, ਯਾਨੀ ਕਿ ਜਿਹੜਾ ਬਾਜਾ ਵਜਾਉਂਦੇ ਹਨ ਕਿ ਰਾਜਾ ਆ ਗਿਆ ਹੈ, ਅਨਾਉਂਸਮੈਂਟ ਕਰਦੇ ਹਨ। ਸੋ ਉੱਥੇ ਨਾਲ ਹੀ ਇੱਕ ਕੋਟੀਅਰ ਹੈ, ਰਾਜੇ ਦਾ ਦਰਬਾਰੀ ਹੈ, ਅਟੈਂਡੈਂਟ ਹੈ। ਸੋ ਇਹ ਸਾਰੇ ਕਰੈਕਟਰ ਰਾਜੇ ਦੇ ਨਾਲ ਉੱਥੇ ਆ ਜਾਂਦੇ ਹਨ। ਸੋ ਜਿਵੇਂ ਹੀ ਰਾਜਾ ਆਪਣੇ ਉੱਥੇ ਚੇਅਰ ਦੇ ਉੱਤੇ ਬੈਠਦਾ ਹੈ, ਸਿੰਘਾਸਨ ਤੇ ਬੈਠਦਾ ਹੈ, ਸੋ ਫਿਰ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਹੈ ਪ੍ਰਧਾਨ ਮੰਤਰੀ ਜਿਹੜਾ ਹੈ, ਪ੍ਰਾਈਮ ਮਿਨਿਸਟਰ ਹੈ, ਉਹ ਰਾਜੇ ਦਾ ਸਵਾਗਤ ਕਰਦਾ ਹੈ। ਸੋ ਉਹ ਰਾਜੇ ਨੂੰ ਕਹਿੰਦਾ ਹੈ ਕਿ ਸੋ ਤੇ ਜੋ ਔਰਤਾਂ ਹੁੰਦੀਆਂ ਉਹਨੂੰ ਰਾਜੇ ਦੀ ਜਿਹੜੀ ਟੋਪੀ ਵੱਲ ਦੇਖ ਕੇ ਥੋੜਾ ਜਿਹਾ ਹੱਸਦੀਆਂ ਨੂੰ ਕਹਿੰਦੀਆਂ ਹਨ ਕਿੰਨੀ ਮਜ਼ਾਕੀਆ ਜਿਹੜੀ ਹੈਟ ਹੈ। ਸੋ ਰਾਜਾ ਆਪਣੀ ਉਹ ਹੈਟ ਉਤਾਰਦਾ ਹੈ ਤੇ ਦੇਖਦਾ ਹੈ ਤੇ ਫਿਰ ਵਾਪਸ ਆਪਣੇ ਸਿਰ ਤੇ ਰੱਖ ਲੈਂਦਾ ਹੈ ਕਿ ਮੇਰੀ ਹੈਟ ਨੂੰ ਕੀ ਹੋਇਆ ਹੈ। ਸੋ ਜਿਹੜਾ ਉਹਦੇ ਚਾਂਸਲਰ ਹੈ ਉਹ ਕਹਿੰਦਾ ਹੈ ਨੋ ਡਾਊਟ ਯੂਅਰ ਮੈਜੈਸਟੀ, ਜਿਹੜਾ ਤੁਹਾਡੀ ਪਹਿਲੇ ਰਾਜੇ ਸਨ ਤੁਹਾਡੇ ਤੋਂ ਪਹਿਲਾਂ ਉਹ ਜਿਹੜਾ ਹੈ ਮੁਕਟ ਪਾਉਂਦੇ ਸਨ, ਕਰਾਊਨ ਪਹਿਨਦੇ ਸਨ। ਸੋ ਫਿਰ ਜਿਹੜਾ ਰਾਜਾ ਹੈ ਉਹ ਕਹਿੰਦਾ ਹੈ ਵੀ ਬਾਹਰ ਇੰਨੀ ਜ਼ਿਆਦਾ ਧੁੱਪ ਨਿਕਲੀ ਹੋਈ ਹੈ, ਸੋ ਮੈਂ ਸੋਚਦਾ ਹਾਂ ਕਿ ਜੇ ਮੈਂ ਉਹ ਕਰਾਊਨ ਪਾਉਂਦਾ ਤਾਂ ਮੇਰਾ ਸ਼ਾਇਦ ਧੁੱਪ ਦੇ ਨਾਲ ਹੀ ਜਾਨ ਨਿਕਲ ਜਾਂਦੀ। ਸੋ ਦੱਸਦਾ ਹੈ ਕਿ ਜਿਹੜਾ ਪੁਰਾਣਾ ਰਾਜਾ ਹੈ ਬੁੱਢਾ ਹੋਣ ਕਰਕੇ ਮਰਿਆ ਹੈ। ਸੋ ਅੱਗੇ ਗੱਲਬਾਤ ਕਰਦੇ ਹਨ। ਸੋ ਰਾਜਾ ਕਹਿੰਦਾ ਹੈ ਵੀ ਹੁਣ ਕਾਰੋਬਾਰ ਸ਼ੁਰੂ ਕੀਤਾ ਜਾਵੇ। ਅੱਜ ਇਸ ਦਰਬਾਰ ਦੇ ਵਿੱਚ ਇਕੱਠੇ ਹੋਏ ਆ, ਫੇਰ ਕੀ ਕਰਨਾ ਹੈ। ਸੋ ਜਿਹੜਾ ਪ੍ਰਧਾਨ ਮੰਤਰੀ ਹੋਇਆ ਹੈ ਉਹ ਕਹਿੰਦਾ ਵੀ ਸਾਰੇ ਜਾਣੇ ਪਹਿਲਾਂ ਅਸੀਂ ਤੁਹਾਡਾ ਜਿਹੜਾ ਹੈ ਹੱਥ ਚੁੰਮਾਂਗੇ, ਕਿਉਂਕਿ ਇਹ ਉੱਥੋਂ ਦੀ ਰਸਮ ਹੈ। ਜਿਹੜੇ ਵੀ ਨਵਾਂ ਰਾਜਾ ਆਉਂਦਾ ਹੈ ਸਾਰਿਆਂ ਨੇ ਉਸਦਾ ਹੱਥ ਚੁੰਮ ਕੇ ਸਵਾਗਤ ਕਰਦੇ ਹਨ। ਤੇ ਰਾਜਾ ਕਹਿੰਦਾ ਹੈ ਸ਼ੁਰੂ ਕਰੋ। ਸਭ ਤੋਂ ਪਹਿਲਾਂ ਜਿਹੜਾ ਪ੍ਰਾਈਮ ਮਿਨਿਸਟਰ ਹੈ, ਪ੍ਰਧਾਨ ਮੰਤਰੀ ਹੈ, ਉਹ ਰਾਜੇ ਵੱਲ ਥੋੜਾ ਜਿਹਾ ਲੰਗੜਾ ਕੇ ਚੱਲਦਾ ਹੈ ਤੇ ਰਾਜੇ ਦਾ ਹੱਥ ਚੁੰਮਦਾ ਹੈ ਤੇ ਰਾਜਾ ਉਹਨੂੰ ਪੁੱਛਦਾ ਤੈਨੂੰ ਕੀ ਹੋਇਆ ਹੈ। ਸੋ ਕਹਿੰਦਾ ਹੈ ਕਿ ਵੀ ਮੇਰੇ ਪੈਰ ਦੇ ਵਿੱਚ ਕ੍ਰੈਂਪਸ ਆ ਗਏ ਹਨ, ਯਾਨੀ ਕਿ ਮਚਕੋੜ ਆ ਗਈ ਹੈ, ਜਿਸ ਕਰਕੇ ਜਿਹੜਾ ਹੈ ਉਹਦਾ ਪੈਰ ਲੰਗੜਾ ਕੇ ਚੱਲ ਰਿਹਾ ਹੈ। ਉਸ ਤੋਂ ਬਾਅਦ ਚਾਂਸਲਰ ਵੀ ਜਿਹੜਾ ਹੈ ਉਹ ਲੰਗੜਾ ਕੇ ਚੱਲਦਾ ਹੈ। ਸੋ ਰਾਜਾ ਉਹਨੂੰ ਪੁੱਛਦਾ ਤੈਨੂੰ ਕੀ ਹੋਇਆ, ਉਹ ਵੀ ਦੱਸਦਾ ਹੈ ਕਿ ਮੇਰੇ ਪੈਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਜਿਸ ਕਰਕੇ ਉਹ ਲੰਗੜਾ ਕੇ ਚੱਲਦਾ ਹੈ। ਫਿਰ ਆਉਂਦੀ ਹੈ ਸੈਕਿੰਡ ਲੇਡੀ, ਯਾਨੀ ਕਿ ਉੱਥੇ ਦੋ ਔਰਤਾਂ ਹੁੰਦੀਆਂ, ਉਹਨਾਂ ਦੀ ਵਾਰੀ ਆਉਂਦੀ, ਉਹਦੇ ਵਿੱਚੋਂ ਇੱਕ ਔਰਤ ਉਹ ਵੀ ਲੰਗੜਾ ਕੇ ਚੱਲਦੀ ਹੈ। ਸੋ ਰਾਜਾ ਉਹਨੂੰ ਪੁੱਛਦਾ ਹੈ ਵੀ ਤੈਨੂੰ ਕੀ ਹੋਇਆ ਹੈ, ਉਹ ਕਹਿੰਦੀ ਹੈ ਵੀ ਮੇਰੇ ਜਿਹੜੇ ਪੈਰ ਦੇ ਵਿੱਚ ਹੈ ਮੋਚ ਆ ਗਈ ਹੈ, ਜਿਸ ਕਰਕੇ ਉਹ ਲੰਗੜਾ ਕੇ ਚੱਲ ਰਹੀ ਹੈ। ਸੋ ਇਸੇ ਤਰ੍ਹਾਂ ਹੀ ਸਾਰੇ ਜਾਣੇ ਉਹ ਲੰਗੜਾ ਕੇ ਚੱਲਦੇ ਹਨ। ਸੋ ਉਸ ਤੋਂ ਬਾਅਦ ਫਿਰ ਰਾਜਾ ਨੂੰ ਪੁੱਛਦਾ ਹੈ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਵੀ ਇਹ ਜਿਹੜੇ ਦੋ ਬੰਦੇ ਆਏ ਹਨ ਤੁਹਾਡੇ ਨਾਲ ਇਹ ਕੌਣ ਹਨ। ਸੋ ਰਾਜਾ ਉਹਨਾਂ ਨੂੰ ਦੱਸਦਾ ਹੈ ਇਹ ਦੋਨੇ ਆਪਸ 'ਚ ਸੜਕ ਦੇ ਵਿੱਚ ਲੜ ਰਹੇ ਸਨ।
ਸੋ ਮੈਂ ਕਿਹਾ ਵੀ ਇਹਨਾਂ ਨੂੰ ਆਪਣੇ ਨਾਲ ਦਰਬਾਰ ਦੇ ਵਿੱਚ ਲੈ ਕੇ ਆਉਂਦਾ ਹਾਂ ਤੇ ਇਹਨਾਂ ਦਾ ਫੈਸਲਾ ਕਰਦੇ ਹਾਂ ਵੀ ਇਹ ਕਿਉਂ ਲੜ ਰਹੇ ਸੀ। ਸੋ ਉੱਥੇ ਜਿਹੜਾ ਚਾਂਸਲਰ ਹੁੰਦਾ ਹੈ ਕਹਿੰਦਾ ਵੀ ਤੁਸੀਂ ਜਿਹੜਾ ਹੈ ਇਹਨਾਂ ਦੋਨਾਂ ਨੂੰ, ਜਿਹੜਾ ਸੌਰੀ ਉੱਥੇ ਪ੍ਰਧਾਨ ਮੰਤਰੀ ਹੁੰਦਾ ਉਹ ਕਹਿੰਦਾ ਹੈ ਕਿ ਰਾਜੇ ਵੀ ਇਹ ਸੜਕ ਤੇ ਲੜ ਰਹੇ ਸਨ ਤੇ ਤੁਸੀਂ ਇਹਨਾਂ ਦੋਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿਓ। ਤੇ ਰਾਜਾ ਕਹਿੰਦਾ ਹੈ ਕਿਸ ਕਾਰਨ ਕਰਕੇ। ਸੋ ਤੇ ਜਿਹੜਾ ਕਾਉਂਸਲਰ ਹੈ ਉਹ ਕਹਿੰਦਾ ਹੈ ਕਿ ਇਹਨਾਂ ਨੇ ਸ਼ਾਂਤੀ ਦਾ ਉਲੰਘਣ ਕੀਤਾ ਹੈ, ਇਸ ਕਰਕੇ ਬ੍ਰੀਚ ਆਫ ਪੀਸ। ਸੋ ਜਿਹੜਾ ਹੈ ਕਿੰਗ ਕਹਿੰਦਾ ਹੈ ਵਟ ਵੁੱਡ ਯੂ ਡੂ, ਵੀ ਜੇ ਤੂੰ ਮੇਰੀ ਜਗ੍ਹਾ ਤੇ ਹੁੰਦਾ ਤਾਂ ਕੀ ਕਰਦਾ ਤਾ। ਸੋ ਉਹ ਸਾਰੇ ਜਾਣੇ ਬੈਠਦੇ, ਫਿਰ ਰਾਜਾ ਕਹਿੰਦਾ ਹੈ ਕਿ ਅਸੀਂ ਇਹਨਾਂ ਦਾ ਫੈਸਲਾ ਕਰਨਾ ਹੈ। ਸੋ ਉੱਥੇ ਜਿਹੜਾ ਦਰਬਾਰੀ ਹੁੰਦਾ ਹੈ ਉਹ ਕਹਿੰਦਾ ਹੈ ਸਾਨੂੰ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਹਨ ਸੁਣਨੀਆਂ ਚਾਹੀਦੀਆਂ ਹਨ, ਇਹ ਕਿਸ ਗੱਲ ਲਈ ਲੜ ਰਹੇ ਸਨ। ਸੋ ਰਾਜਾ ਉਹਨੂੰ ਕਹਿੰਦਾ ਹੈ ਤੂੰ ਇੱਕ ਸਿਆਣਾ ਆਦਮੀ ਲੱਗਦਾ ਹੈ। ਸੋ ਉਹਨਾਂ ਨੂੰ ਕਹਿੰਦਾ ਹੈ ਤੁਸੀਂ ਹੁਣ ਦੱਸੋ ਤੁਹਾਡੀ ਦਿੱਕਤ ਕੀ ਹੈ। ਸੋ ਜਿਹੜਾ ਇੱਕ ਪੜੋਸੀ ਹੁੰਦਾ ਹੈ ਕਹਿੰਦਾ ਹੈ ਇਹ ਜਿਹੜਾ ਕੁੱਤਾ ਹੈ ਇਹ ਮੇਰਾ ਹੈ, ਇਹ ਮੈਨੂੰ ਮੇਰੇ ਭਰਾ ਨੇ ਦਿੱਤਾ ਸੀਗਾ ਪਿਛਲੇ ਅਗਸਤ ਦੇ ਵਿੱਚ। ਤੇ ਰਾਜਾ ਕਹਿੰਦਾ ਹੈ ਜਾਓ ਫਿਰ ਆਪਣੇ ਭਰਾ ਨੂੰ ਬੁਲਾ ਕੇ ਲਿਆਓ। ਤਾਂ ਫਿਰ ਉਹ ਕਹਿੰਦਾ ਹੈ ਜਿਹੜਾ ਰਾਜਾ ਹੈ ਉਹਨੂੰ ਕਹਿੰਦਾ ਹੈ, ਰਾਜੇ ਨੂੰ ਦੱਸਦਾ ਹੈ ਜਿਹੜਾ ਦੂਸਰਾ ਪੜੋਸੀ ਹੁੰਦਾ ਹੈ ਵੀ ਜਿਹੜਾ ਉਹਦਾ ਭਰਾ ਹੈ ਉਹ ਮਰ ਚੁੱਕਾ ਹੈ, ਹੁਣ ਉਹ ਨਹੀਂ ਆ ਸਕਦਾ ਹੈ। ਸੋ ਫਿਰ ਰਾਜਾ ਕਹਿੰਦਾ ਹੈ ਫਿਰ ਤਾਂ ਗਵਾਹ ਕੋਈ ਵੀ ਨਹੀਂ ਬਚਿਆ। ਫਿਰ ਜਿਹੜਾ ਪਹਿਲਾ ਪੜੋਸੀ ਹੁੰਦਾ ਹੈ ਉਹ ਕਹਿੰਦਾ ਹੈ ਵੀ ਕਿ ਮੇਰਾ ਵਿਸ਼ਵਾਸ ਕਰੋ, ਇਹ ਜਿਹੜਾ ਕੁੱਤਾ ਹੈ ਉਸ ਨੂੰ ਸੜਕ ਦੇ ਕਿਨਾਰੇ ਮਿਲਿਆ ਸੀ, ਉਹ ਭੁੱਖ ਨਾਲ ਮਰ ਰਿਹਾ ਸੀ। ਮੈਂ ਇਸ ਨੂੰ ਪਿਛਲੇ 3 ਮਹੀਨਿਆਂ ਤੋਂ ਆਪਣੇ ਘਰ ਦੇ ਵਿੱਚ ਆਪਣੇ ਨਾਲ ਹੀ ਰੱਖਿਆ ਹੈ। ਸੋ ਇਹ ਹੁਣ ਠੀਕ ਹੈ, ਇਹ ਉਦੋਂ ਤੋਂ ਮੇਰੇ ਕੋਲ ਹੀ ਹੈ। ਸੋ ਜਿਹੜਾ ਦੂਸਰਾ ਪੜੋਸੀ ਹੁੰਦਾ ਕਹਿੰਦਾ ਇਹ ਝੂਠ ਬੋਲ ਰਿਹਾ ਹੈ, ਕਿਉਂਕਿ ਇਹ ਆਦਮੀ ਜਿਹੜਾ ਹੈ ਇਹ ਬਿਲਕੁਲ ਵੀ ਰਹਿਮਦਿਲ ਨਹੀਂ ਹੈ, ਇਹ ਕੁੱਤੇ ਨੂੰ ਕਿਵੇਂ ਭੁੱਖੇ ਕੁੱਤੇ ਨੂੰ ਰੋਟੀ ਪਾ ਸਕਦਾ ਹੈ। ਸੋ ਰਾਜਾ ਕਹਿੰਦਾ ਹੈ ਫਿਰ ਤੁਹਾਡੇ ਦੋਨਾਂ ਦੇ ਵਿੱਚੋਂ ਜਿਹੜਾ ਇੱਕ ਹੈ ਉਹ ਝੂਠ ਬੋਲ ਰਿਹਾ ਹੈ, ਉਹ ਪਤਾ ਕਰਨਾ ਹੈ। ਸੋ ਰਾਜਾ ਸਾਰਿਆਂ ਨੂੰ ਪੁੱਛਦਾ ਹੈ ਵੀ ਕਿਵੇਂ ਪਤਾ ਕਰੀਏ। ਸੋ ਅਜੇ ਵੀ ਜਿਹੜੇ ਦੋਨੋਂ ਪੜੋਸੀ ਹਨ ਆਪਸ 'ਚ ਲੜਦੇ ਹੋਏ ਇੱਕ ਦੂਜੇ ਦੇ ਪ੍ਰਤੀ ਬੋਲਦੇ ਹਨ। ਸੋ ਤੇ ਜਿਹੜਾ ਦਰਬਾਰੀ ਹੁੰਦਾ ਹੈ ਉਹ ਰਾਜੇ ਨੂੰ ਕਹਿੰਦਾ ਹੈ ਕਿ ਮਹਾਰਾਜ ਇਹ ਕੁੱਤਾ ਤੁਸੀਂ ਆਪਣੇ ਕੋਲ ਰੱਖ ਲਓ, ਇਸ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਝਗੜਾ ਖਤਮ ਹੋ ਜਾਏਗਾ। ਸੋ ਰਾਜਾ ਕਹਿੰਦਾ ਹੈ ਮੈਨੂੰ ਕੁੱਤੇ ਪਸੰਦ ਨਹੀਂ ਹਨ, ਮੈਨੂੰ ਬਿੱਲੀਆਂ ਪਸੰਦ ਹਨ, ਤੇ ਵੈਸੇ ਵੀ ਇਹ ਕੁੱਤੇ ਦੇ ਉੱਤੇ ਮੇਰਾ ਹੱਕ ਨਹੀਂ ਹੈ। ਫਿਰ ਵੀ ਮੈਂ ਜਾਣਨਾ ਚਾਹੁੰਦਾ ਹਾਂ ਵੀ ਅਸਲ ਦੇ ਵਿੱਚ ਇਹਨਾਂ ਦੇ ਵਿੱਚੋਂ ਝੂਠ ਬੋਲ ਕੌਣ ਰਿਹਾ ਹੈ। ਸੋ ਤੇ ਜਿਹੜੀ ਇੱਕ ਔਰਤ ਹੁੰਦੀ ਹੈ ਜਿਹੜੀ ਰਾਜੇ ਦੀਆਂ ਅਟੈਂਡੈਂਟ ਹੁੰਦੀਆਂ ਹਨ, ਲੇਡੀਜ਼ ਇਨ ਵੇਟਿੰਗ। ਸੋ ਉਹ ਉਹਨਾਂ ਵਿੱਚ ਇੱਕ ਕਹਿੰਦੀ ਹੈ ਰਾਜੇ ਨੂੰ ਵੀ ਇਹ ਕੁੱਤੇ ਦੇ 2 ਹਿੱਸੇ ਕਰ ਦਿਓ ਤੇ ਦੋਨਾਂ ਨੂੰ ਅੱਧਾ ਅੱਧਾ ਦੇ ਦਿਓ, ਜਿਸ ਦੇ ਨਾਲ ਇਹ ਮਸਲਾ ਹੱਲ ਹੋ ਜਾਏਗਾ। ਸੋ ਰਾਜਾ ਕਹਿੰਦਾ ਹੈ ਬਹੁਤ ਵਧੀਆ ਆਈਡੀਆ ਹੈ। ਸੋ ਜਿਹੜਾ ਫਸਟ ਨੇਬਰ ਹੁੰਦਾ ਹੈ ਉਹ ਕਹਿੰਦਾ ਹੈ ਮਹਾਰਾਜ ਤੁਸੀਂ ਬਿਲਕੁਲ ਠੀਕ ਕਿਹਾ ਹੈ, ਇਹ ਗੱਲ ਮੈਨੂੰ ਮਨਜ਼ੂਰ ਹੈ। ਸੋ ਜਿਹੜਾ ਦੂਸਰਾ ਪੜੋਸੀ ਹੁੰਦਾ ਕਹਿੰਦਾ ਨਹੀਂ ਏਦਾਂ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈ ਵੀ ਇਹ ਜਿਹੜਾ ਕੁੱਤਾ ਹੈ ਇਹ ਜਿਹੜਾ ਹੈ ਪਹਿਲਾ ਪੜੋਸੀ ਹੈ ਜਾਂ ਮੇਰੇ ਗੁਆਂਢੀ ਹੈ ਉਸ ਨੂੰ ਦੇ ਦਿੱਤਾ ਜਾਵੇ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਇਹ ਕੁੱਤੇ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚੇ। ਸੋ ਜਿਹੜਾ ਕਿੰਗ ਹੈ ਹੁੰਗਾਰਾ ਭਰਦਾ ਹੋਇਆ ਕਹਿੰਦਾ ਹੈ ਸੋ ਪਤਾ ਲੱਗ ਗਿਆ ਹੈ ਹੁਣ ਅਸਲ ਮਾਲਕ ਕੁੱਤੇ ਦਾ ਕੌਣ ਹੈ। ਸੋ ਜਿਹੜਾ ਪੜੋਸੀ ਹੁੰਦਾ ਕਹਿੰਦਾ ਮੈਂ ਹਾਂ, ਕਿਉਂਕਿ ਇਹ ਹੁਣ ਕੁੱਤਾ ਮੈਨੂੰ ਦੇ ਦਿਓ ਤਾਂ ਜੋ ਮੈਂ ਘਰ ਜਾ ਸਕਾਂ। ਸੋ ਰਾਜਾ ਕਹਿੰਦਾ ਹੈ ਤੂੰ ਮੈਨੂੰ ਝੂਠ ਬੋਲਿਆ ਹੈ, ਤੂੰ ਇਹ ਕੁੱਤਾ ਜਿਹੜਾ ਹੈ ਇਹ ਤੇਰਾ ਨਹੀਂ ਹੈ, ਇਸ ਨੂੰ ਜਿਹੜਾ ਫਸਟ ਨੇਬਰ ਹੈ ਉਸ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਵੇ। ਸੋ ਜਿਹੜਾ ਉਹ ਨੇਬਰ ਹੁੰਦਾ ਉਹ ਕਹਿੰਦਾ ਵੀ ਪਰ ਮੈਨੂੰ ਕਿਉਂ ਜੇਲ੍ਹ ਦੇ ਵਿੱਚ ਪਾਇਆ ਜਾਵੇ, ਇਹ ਤਾਂ ਹੁਣ ਇਹਨੇ ਕਹਿ ਹੀ ਦਿੱਤਾ ਹੈ ਵੀ ਕੁੱਤਾ ਇਹਨੂੰ ਦੇ ਦਿੱਤਾ ਜਾਵੇ, ਠੀਕ ਹੈ ਨਾ, ਤਾਂ ਮੈਂ ਇੱਕ ਬੇਕਸੂਰ ਆਦਮੀ ਹਾਂ, ਮੈਨੂੰ ਜੇਲ੍ਹ 'ਚ ਕਿਉਂ ਪਾਇਆ ਜਾਵੇ। ਸੋ ਰਾਜਾ ਉਸ ਨੂੰ ਗਾਲੀ ਕੱਢਦਾ ਹੋਇਆ ਕਹਿੰਦਾ ਹੈ ਇਹਦੇ 2 ਕਾਰਨ ਹਨ। ਪਹਿਲਾ ਇੱਕ ਵੀ ਤੂੰ ਸ਼ਾਂਤੀ ਨੂੰ ਭੰਗ ਕੀਤਾ ਹੈ, ਤੁਸੀਂ ਸੜਕ ਤੇ ਲੜ ਰਹੇ ਸੀ। ਦੂਸਰਾ ਜਿਹੜਾ ਇਹ ਕੁੱਤਾ ਹੈ ਇਹ ਤੇਰਾ ਨਹੀਂ ਹੈ, ਇਹ ਇਸ ਕਰਕੇ ਤੈਨੂੰ ਜੇਲ੍ਹ 'ਚ ਪਾਇਆ ਜਾ ਰਿਹਾ ਹੈ। ਸੋ ਉੱਥੇ ਹੀ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਕਹਿੰਦਾ ਯੂਅਰ ਮੈਜੈਸਟੀ ਮੀ ਸੁਜੈਸਟ ਕਿ ਮੈਂ ਇੱਕ ਸਲਾਹ ਦੇਵਾਂ। ਰਾਜਾ ਕਹਿੰਦਾ ਹੈ ਦਵੋ। ਬਟ ਉਹ ਪੁੱਛਦਾ ਹੈ ਕਿ ਰਾਜਾ ਸਾਹਿਬ ਵੀ ਤੁਹਾਨੂੰ ਅਜੇ ਤੱਕ ਇਹ ਵੀ ਕਲੀਅਰ ਨਹੀਂ ਹੋਇਆ ਹੈ ਵੀ ਇਹ ਕੁੱਤਾ ਹੈ ਕਿਸ ਦਾ, ਫਿਰ ਆਪਾਂ ਇਸ ਨੂੰ ਸਜ਼ਾ ਕਿਵੇਂ ਦੇ ਸਕਦੇ ਹਾਂ। ਸੋ ਰਾਜਾ ਉਸ ਨੂੰ ਦੱਸਦਾ ਹੈ ਵੀ ਦੇਖੋ ਜਿਹੜਾ ਦੂਸਰਾ ਨੇਬਰ ਹੈ ਉਹ ਜਿਹੜਾ ਕੁੱਤੇ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਵਾਲਾ ਹੈ, ਉਸ ਨੂੰ ਕੁੱਤੇ ਪਸੰਦ ਹਨ, ਇਸੇ ਕਰਕੇ ਜਿਹੜਾ ਹੈ ਉਹ ਕੁੱਤੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਤੇ ਜਿਹੜਾ ਪਹਿਲਾ ਨੇਬਰ ਹੈ ਜਦੋਂ ਉਸ ਨੂੰ ਕੁੱਤੇ ਨੂੰ 2 ਹਿੱਸਿਆਂ ਵਿੱਚ ਵੰਡਣ ਨੂੰ ਕਿਹਾ ਗਿਆ ਸੀ ਉਹ ਮੰਨ ਗਿਆ ਸੀ, ਠੀਕ ਹੈ ਜੀ। ਸੋ ਜਿਹੜਾ ਅਸਲ ਮਾਲਕ ਹੈ ਉਹ ਕੁੱਤੇ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ, ਇਸ ਕਰਕੇ ਉਸਨੇ ਕਹਿ ਦਿੱਤਾ ਹੈ ਵੀ ਕੁੱਤੇ ਨੂੰ ਨੁਕਸਾਨ ਨਾ ਪਹੁੰਚੇ, ਇਹ ਜਿਹੜਾ ਕੁੱਤਾ ਹੈ ਤੁਸੀਂ ਜਿਹੜਾ ਪਹਿਲਾ ਨੇਬਰ ਹੈ ਉਸ ਨੂੰ ਦੇ ਦਿਓ। ਸੋ ਇਸ ਕਰਕੇ ਰਾਜਾ ਫੈਸਲਾ ਕਰ ਦਿੰਦਾ ਹੈ ਵੀ ਜਿਹੜਾ ਪਹਿਲਾ ਨੇਬਰ ਹੈ ਉਸ ਨੂੰ ਜੇਲ੍ਹ 'ਚ ਪਾਇਆ ਜਾਵੇ ਤੇ ਜਿਹੜਾ ਕੁੱਤਾ ਹੈ ਦੂਸਰੇ ਨੇਬਰ ਨੂੰ ਦੇ ਦਿੱਤਾ ਜਾਵੇ। ਸੋ ਜਿਹੜਾ ਦੂਸਰਾ ਨੇਬਰ ਹੈ ਉਹ ਰਾਜੇ ਦਾ ਧੰਨਵਾਦ ਕਰਦਾ ਹੈ। ਸੋ ਉੱਥੇ ਚਾਂਸਲਰ ਕਹਿੰਦਾ ਵੀ ਜੇਕਰ ਪਹਿਲਾ ਰਾਜਾ ਹੁੰਦਾ ਤਾਂ ਇਹਨਾਂ ਦੋਨਾਂ ਨੂੰ ਜਿਹੜਾ ਹੈ ਸਜ਼ਾ ਦਿੰਦਾ ਤੇ ਕੁੱਤੇ ਨੂੰ ਵੀ ਨਾਲ ਹੀ ਮਾਰ ਦਿੰਦਾ, ਪਰ ਇਹ ਰਾਜਾ ਕਹਿੰਦਾ ਹੈ ਵੀ ਮੈਂ ਤੁਹਾਡਾ ਪੁਰਾਣਾ ਰਾਜਾ ਨਹੀਂ ਹਾਂ, ਤੁਹਾਨੂੰ ਜਲਦ ਹੀ ਪਤਾ ਲੱਗ ਜਾਵੇਗਾ, ਠੀਕ ਹੈ ਜੀ। ਸੋ ਜਿਹੜਾ ਚਾਂਸਲਰ ਸਾਰੇ ਖੁਸ਼ ਹੁੰਦੇ ਹਨ। ਸੋ ਰਾਜਾ ਉਹਨਾਂ ਨੂੰ ਪੁੱਛਦਾ ਹੈ ਕਿ ਤੁਹਾਡੇ ਹੁਣ ਲੱਤ ਦੇ ਵਿੱਚੋਂ ਦਰਦ ਖਤਮ ਹੋ ਗਈ ਹੈ। ਸੋ ਚਾਂਸਲਰ ਜਿਹੜਾ ਹੈ ਉਹ ਥੋੜਾ ਜਿਹਾ ਮੁਸਕਰਾ ਕੇ ਕਹਿੰਦਾ ਹਾਂਜੀ ਹੁਣ ਥੋੜੀ ਖਤਮ ਹੁੰਦੀ ਲੱਗ ਰਹੀ ਹੈ। ਸੋ ਜਿਹੜਾ ਰਾਜਾ ਹੈ ਉਹ ਚਾਂਸਲਰ ਨੂੰ ਕਹਿੰਦਾ ਹੈ ਜੇਕਰ ਤੁਹਾਡਾ ਦਰਦ ਚਲਾ ਗਿਆ ਹੈ ਤੇ ਤੁਸੀਂ ਇਹ ਜਿਹੜੀ ਬਾਊਲਰ ਹੈਟ ਹੈ ਕਿਉਂ ਪਾਈ ਹੋਈ ਹੈ, ਇਹ ਦੇਖਣ ਦੇ ਵਿੱਚ ਵੀ ਭੱਦੀ ਲੱਗ ਰਹੀ ਹੈ। ਸੋ ਚਾਂਸਲਰ ਹੈ ਉਸ ਨੂੰ ਕਹਿੰਦਾ ਵੀ ਬਾਹਰ ਧੁੱਪ ਹੈ ਇਸ ਕਰਕੇ
ਜਿਸ ਤੁਸੀਂ ਇਸ ਕਰਕੇ ਮੈਂ ਵੀ ਪਾ ਲਈ ਹੈ ਕਿਉਂਕਿ ਤੁਸੀਂ ਕਿਹਾ ਹੈ ਬਾਹਰ ਧੁੱਪ ਹੈ। ਸੋ ਕਿੰਗ ਕਹਿੰਦਾ ਹੈ ਰਬਿਸ਼। ਤੁਸੀਂ ਲੰਗੜੇ ਬਣੇ, ਤੁਸੀਂ ਬੌਲਰ ਹੈਟ ਪਾ ਲਈ ਕਿਉਂਕਿ ਮੈਂ ਪਾਈ ਹੋਈ ਸੀਗੀ, ਜਦ ਕਿ ਬਾਹਰ ਬਾਰਿਸ਼ ਹੋ ਰਹੀ ਹੈ ਨਾ ਕਿ ਧੁੱਪ ਹੈ। ਮੈਂ ਹੀ ਕਿਹਾ ਸੀਗਾ ਕਿ ਬਾਹਰ ਧੁੱਪ ਹੈ, ਇਸ ਕਰਕੇ ਤੁਸੀਂ ਵੀ ਮੇਰੀ ਹਾਮੀ ਚ ਹਾਮੀ ਬੁਲਾਉਂਦੇ ਰਹੇ। ਸੋ ਇਹ ਜਿਹੜਾ ਹੈ ਸਾਈਕੋਪਾਥ ਹੈ, ਇਹ ਚੰਗੀ ਗੱਲ ਨਹੀਂ ਹਨ। ਔਰ ਮੈਨੂੰ ਜਿਹੜੇ ਸਾਈਕੋਪਾਥ ਹਨ, ਜਿਹੜੇ ਹਰ ਗੱਲ ਚ ਹਾਮੀ ਭਰਨ, ਉਹ ਬਿਲਕੁਲ ਵੀ ਜਿਹੜੇ ਹਨ ਪਸੰਦ ਨਹੀਂ ਹਨ। ਸੋ ਉਹ ਦੱਸਦਾ ਹੈ ਕਿ ਜਿਹੜਾ ਚਾਂਸਲਰ ਹੈ ਤੇ ਜਿਹੜਾ ਪ੍ਰਾਈਮ ਮਿਨਿਸਟਰ ਹੈ, ਤੁਸੀਂ ਦੋਨੇ ਜਾਣੇ ਮੈਨੂੰ ਜਿਹੜਾ ਹੈ ਖੁਸ਼ ਕਰਨ ਦੀ ਕੋਸ਼ਿਸ਼ ਕਰਨ ਲਈ ਮੇਰੀ ਜਿਹੜੀਆਂ ਹਨ ਮੂਰਖਤਾ ਭਰੀਆਂ ਨਕਲਾਂ ਕਰ ਰਹੇ ਸਨ। ਜੇ ਮੈਂ ਲੰਗੜਾ ਕੇ ਚੱਲ ਰਿਹਾ ਸੀ, ਤੁਸੀਂ ਵੀ ਲੰਗੜਾ ਕੇ ਚੱਲਣ ਲੱਗ ਪਏ, ਔਰ ਜੇਕਰ ਮੈਂ ਬॉलर ਹਾਈਟ ਪਾਇਆ ਸੀ, ਤੁਸੀਂ ਵੀ ਉਹ ਜਿਹੜੀ ਹੈ ਪਾਉਣ ਲੱਗ ਪਏ ਹਨ। ਸੋ ਉਹ ਜਿਹੜਾ ਹੈ ਫਿਰ ਰਾਜਾ ਹੈ, ਉਹ ਕਹਿੰਦਾ ਹੈ ਵੀ ਤੁਸੀਂ ਦੋਨੇ ਮੇਰੇ ਦਰਬਾਰ ਦੇ ਵਿੱਚ ਜਿਹੜੇ ਹਨ ਕੰਮ ਕਰਨ ਦੇ ਕਾਬਲ ਨਹੀਂ ਹੋ। ਸੋ ਮੈਨੂੰ ਜਿਹੜੇ ਹਨ ਦਰਬਾਰ ਦੇ ਵਿੱਚ ਇਮਾਨਦਾਰ ਲੋਕੀ ਚਾਹੀਦੇ ਹਨ। ਸੋ ਜਿਹੜੇ ਉਹ ਵਿੱਚ ਦੋ ਹਨ, ਉਹ ਜਿਹੜੀ ਲੇਡੀ ਹੈ, ਉਹ ਜਿਹੜੀ ਹੈ ਲੇਡੀ ਇਨ ਚੀਫ ਹੈ, ਉਹ ਮੈਨੂੰ ਸਮਝਦਾਰ ਲੱਗੀ ਹੈ ਕਿਉਂਕਿ ਉਸਨੇ ਇਹ ਹਾਈਟ ਮੇਰੀ ਨਹੀਂ ਚੰਗੀ ਲੱਗ ਰਹੀ ਸੀ, ਤਾਂ ਉਸਨੇ ਮੂੰਹ ਦੇ ਵਿੱਚ ਹੀ ਸਾਰਿਆਂ ਸਾਹਮਣੇ ਕਿਹਾ ਹੈ ਕਿ ਇਹ ਚੰਗੀ ਨਹੀਂ ਲੱਗ ਰਹੀ। ਤੇ ਜਿਹੜੀ ਹੁਣ ਉਹ ਲੇਡੀ ਨੂੰ ਹੈ, ਉਹ ਜਿਹੜੀ ਹੈ ਪ੍ਰਧਾਨ ਮੰਤਰੀ ਬਣਾ ਸਕਦਾ ਹੈ, ਤੇ ਜਿਹੜਾ ਉਹ ਕੋਟੀਅਰ ਦਰਬਾਰੀ ਹੈ ਉਸ ਨੂੰ ਕਹਿੰਦਾ ਹੈ ਵੀ ਤੈਨੂੰ ਮੈਂ ਪ੍ਰਧਾਨ ਮੰਤਰੀ ਬਣਾਵਾਂਗਾ ਕਿਉਂਕਿ ਉਹ ਇਮਾਨਦਾਰ ਹੈ, ਕਿਉਂਕਿ ਉਸਨੇ ਸਮਝਦਾਰੀ ਭਰਿਆ ਜਵਾਬ ਦਿੱਤਾ ਸੀ, ਜਦਕਿ ਸਾਰੇ ਕਹਿ ਰਹੇ ਸਨ ਕਿ ਇਸ ਨੂੰ ਜਿਹੜਾ ਹੈ ਖਤਮ ਕਰ ਦਿੱਤਾ ਜਾਵੇ। ਸੋ ਇਹ ਬੱਚਿਓ ਸਟੋਰੀ ਹੈ ਸਾਰੀ, ਇੱਕ ਸੀਨ ਹੈ ਜਿਹਦੇ ਵਿੱਚ ਸਾਰੀ ਸਟੋਰੀ ਬਣੀ ਹੋਈ ਹੈ। ਠੀਕ ਹੈ ਜੀ। ਸੋ ਆਓ ਹੁਣ ਇਸੇ ਸਟੋਰੀ ਨਾਲ ਜੁੜੇ ਹੋਏ ਕੁਐਸਚਨ ਆਨਸਰ ਕਰਦੇ ਹਾਂ। ਕੁਐਸਚਨ ਨੰਬਰ 1, ਵਾਈ ਵਰ ਦਾ ਕੋਟੀਅਰ ਐਂਸ਼ੀਅਸ। ਸੋ ਐਂਸ਼ੀਅਸ ਕਿਉਂ ਸੀਗੇ ਸਨ, ਹੜਬੜਾਹਟ ਦੇ ਵਿੱਚ ਸਨ? ਬਿਕੋਜ਼ ਦੇ ਵਰ ਐਂਸ਼ੀਅਸ ਟੂ ਮੀਟ ਦਾ ਨਿਊ ਕਿੰਗ। ਉਹ ਜਿਹੜੇ ਨਵੇਂ ਰਾਜੇ ਨੂੰ ਮਿਲਣ ਲਈ ਉਤਸੁਕ ਸਨ। ਕੁਐਸਚਨ ਨੰਬਰ 2, ਹਾਊ ਡਿਡ ਦਾ ਕਿੰਗ ਲੁੱਕ ਲਾਈਕ। ਰਾਜਾ ਕਿਵੇਂ ਦਾ ਲੱਗ ਰਿਹਾ ਸੀ? ਆਨਸਰ, ਹੀ ਲੁੱਕ ਲਾਈਕ ਅ ਸਟੂਪਿਡ। ਉਹ ਮੂਰਖ ਲੱਗ ਰਿਹਾ ਸੀ ਜਾਂ ਬੇਵਕੂਫ ਲੱਗ ਰਿਹਾ ਸੀ। ਕੁਐਸਚਨ ਨੰਬਰ 3, ਹੂ ਡਿਡ ਦਾ ਕਿੰਗ ਬ੍ਰਿੰਗ ਵਿਦ ਹਿਮ। ਰਾਜਾ ਆਪਣੇ ਨਾਲ ਕਿਹਨਾਂ ਨੂੰ ਲਿਆਇਆ? ਆਨਸਰ, ਟੂ ਨੇਬਰਰ ਹੂ ਵਰ ਫਾਈਟਿੰਗ ਫॉर ਅ ਡੌਗ ਇਨ ਦਾ ਸਟਰੀਟ। ਸੋ ਦੋ ਪੜੋਸੀ ਜਿਹੜੇ ਸਨ ਉਹ ਸੜਕ ਦੇ ਵਿੱਚ ਲੜ ਰਹੇ ਸਨ ਕੁੱਤੇ ਕਰਕੇ, ਰਾਜਾ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ। ਕੁਐਸਚਨ ਨੰਬਰ 4, ਵਾਈ ਵਰ ਦਾ ਟੂ ਮੈਨ ਫਾਈਟਿੰਗ। ਉਹ ਦੋ ਜਿਹੜੇ ਹਨ ਆਦਮੀ ਆਪਸ ਵਿੱਚ ਕਿਉਂ ਲੜ ਰਹੇ ਸਨ? ਆਨਸਰ, ਦੇ ਵਰ ਫਾਈਟਿੰਗ ਫॉर ਅ ਡੌਗ। ਉਹ ਇੱਕ ਕੁੱਤੇ ਦੇ ਪਿੱਛੇ ਲੜ ਰਹੇ ਸੀ। ਕੁਐਸਚਨ ਨੰਬਰ 5, ਵਾਈ ਡਿਡ ਦਾ ਪ੍ਰਾਈਮ ਮਿਨਿਸਟਰ ਐਂਡ ਚਾਂਸਲਰ ਵਾਕ ਵਿਦ ਅ ਲਿੰਪ। ਆਨਸਰ, ਦਾ ਪ੍ਰਾਈਮ ਮਿਨਿਸਟਰ ਐਂਡ ਚਾਂਸਲਰ ਵਾਕ ਵਿਦ ਅ ਲਿੰਪ ਬਿਕੋਜ਼ ਬਾय imitating the king they want to make their king happy। ਸੋ ਪ੍ਰਾਈਮ ਮਿਨਿਸਟਰ ਦੇ ਜਿਹੜੇ ਚਾਂਸਲਰ ਸਨ ਉਹ ਲੰਗੜਾ ਕੇ ਕਿਉਂ ਚੱਲ ਰਹੇ ਸਨ? ਉਹ ਪ੍ਰਾਈਮ ਮਿਨਿਸਟਰ ਦੇ ਜਿਹੜੇ ਚਾਂਸਲਰ ਉਹ ਲੰਗੜਾ ਕੇ ਇਸ ਕਰਕੇ ਚੱਲ ਰਹੇ ਸਨ ਕਿਉਂਕਿ ਉਹ ਰਾਜੇ ਦੀ ਨਕਲ ਕਰ ਰਹੇ ਸਨ ਤਾਂ ਜੋ ਰਾਜੇ ਨੂੰ ਖੁਸ਼ ਕਰ ਸਕਣ। ਨੰਬਰ 6, who else did not walk properly and why। ਆਨਸਰ, second lady who also want with a limp because by imitating the king she want to make their king happy। ਸੋ ਜਿਹੜੀ ਦੂਸਰੀ ਲੇਡੀ ਸੀਗੀ ਉਹ ਵੀ ਜਾਣ ਕੇ ਲੰਗੜਾ ਕੇ ਚੱਲ ਰਹੀ ਸੀ ਕਿਉਂਕਿ ਉਹ ਰਾਜੇ ਨੂੰ ਖੁਸ਼ ਕਰਨਾ ਚਾਹੁੰਦੀ ਸੀ। ਕੁਐਸਚਨ ਨੰਬਰ 7, ਹਾਊ ਡਿਡ ਦਾ ਕਿੰਗ ਰਿਟਰਨ ਦਾ ਡੌਗ ਟੂ ਦਾ ਰਾਈਟ ਓਨਰ। ਸੋ ਰਾਜੇ ਨੇ ਜਿਹੜਾ ਉਹ ਕੁੱਤਾ ਹੈ ਉਹ ਅਸਲੀ ਮਾਲਕ ਦੇ ਕੋਲ ਕਿਵੇਂ ਪਹੁੰਚਾਇਆ? ਆਨਸਰ, ਹੀ ਆਸਕਡ ਟੂ ਕੱਟ ਐਂਡ ਡਿਵਾਈਡ ਦਾ ਡੌਗ। ਉਸਨੇ ਕਿਹਾ ਵੀ ਕੁੱਤੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ। ਬਟ ਦਾ ਰੀਅਲ ਓਨਰ ਲਵਡ ਦਾ ਡੌਗ। ਜਿਹੜਾ ਅਸਲੀ ਮਾਲਕ ਸੀ ਕੁੱਤੇ ਨੂੰ ਪਿਆਰ ਕਰਦਾ ਸੀ। ਐਂਡ ਰਿਕੁਐਸਟਡ ਟੂ ਗਿਵ ਦਾ ਡੌਗ ਟੂ ਦਾ ਅਦਰ ਪਰਸਨ। ਉਹ ਕਹਿੰਦਾ ਕੁੱਤੇ ਨੂੰ ਮਾਰੋ ਨਾ, ਜਿਹੜਾ ਦੂਜਾ ਹੈ ਮੰਗ ਰਿਹਾ ਕੁੱਤੇ ਨੂੰ ਉਹਨੂੰ ਦੇ ਦਿਓ। Thus the king knew he was the real owner। ਇਸ ਤਰ੍ਹਾਂ ਉਹਨੂੰ ਪਤਾ ਲੱਗਾ ਇਹ ਅਸਲੀ ਮਾਲਕ ਹੈ ਕੁੱਤੇ ਦਾ। ਅਗਲਾ ਕੁਐਸਚਨ, why was the king not pleased with the chancellor and the prime minister। ਜਿਹੜਾ ਰਾਜਾ ਹੈ ਉਹ ਜਿਹੜਾ ਹੈ ਖੁਸ਼ ਕਿਉਂ ਨਹੀਂ ਹੋਇਆ ਚਾਂਸਲਰ ਤੇ ਪ੍ਰਧਾਨ ਮੰਤਰੀ ਤੋਂ? ਆਨਸਰ, the king was not pleased with chancellor and the prime minister because both of them were stupid and psychopath। ਸੋ ਰਾਜਾ ਜਿਹੜਾ ਹੈ ਉਹਨਾਂ ਦੋਨਾਂ ਤੋਂ ਖੁਸ਼ ਪ੍ਰਸੰਨ ਇਸ ਕਰਕੇ ਨਹੀਂ ਹੋਇਆ ਕਿਉਂਕਿ ਦੋਨੋਂ ਹੀ ਜ਼ਿਆਦਾ ਸਟੂਪਿਡ ਮੂਰਖ ਸੀ ਤੇ ਸਾਈਕੋਪੈਥ ਸੀਗੇ ਔਰ ਰਾਜੇ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਸਨ। ਕੁਐਸਚਨ ਨੰਬਰ 10, ਹਾਊ ਵਾਸ ਦਾ ਫਰਸਟ ਲੇਡੀ ਰਿਵਾਰਡਡ। ਆਨਸਰ, ਦਾ ਫਰਸਟ ਲੇਡੀ ਵਾਸ ਰਿਵਾਰਡਡ ਵਿਦ ਆਨਰ ਆਫ ਚੀਫ ਲੇਡੀ ਇਨ ਵੇਟਿੰਗ। ਸੋ ਜਿਹੜੀ ਪਹਿਲੀ ਔਰਤ ਸੀ ਉਸ ਨੂੰ ਕਿਸ ਤਰ੍ਹਾਂ ਦਾ ਰਿਵਾਰਡ ਦਿੱਤਾ? ਲੇਡੀ ਇਨ ਚੀਫ ਨੂੰ। ਸੋ ਉਹਨੂੰ ਜਿਹੜਾ ਹੈ ਉਹ ਲੇਡੀ ਇਨ ਚੀਫ ਨੂੰ ਚੀਫ ਬਣਾ ਦਿੱਤਾ। ਜਿਹੜੀ ਫਰਸਟ ਲੇਡੀ ਸੀ ਉਹਨੂੰ ਰਿਵਾਰਡ ਕਰਕੇ ਲੇਡੀ ਇਨ ਚੀਫ ਬਣਾ ਦਿੱਤਾ ਉਹਦੀ ਇਮਾਨਦਾਰੀ ਦੇ ਲਈ। ਕੁਐਸਚਨ ਨੰਬਰ 11, ਵਾਈ ਵਰ ਦਾ ਕੋਟੀਅਰ amazed at the king's behavior। ਸੋ ਜਿਹੜੇ ਦਰਬਾਰੀ ਸਨ ਉਹ ਰਾਜੇ ਦੇ ਵਰਤਾਓ ਤੋਂ ਦੇਖ ਕੇ ਹੈਰਾਨ ਕਿਉਂ ਰਹਿ ਗਏ? ਆਨਸਰ, the courtier were amazed as the king behavior because the king was not limped at the end as he was wise। ਸੋ ਜਿਹੜੇ ਦਰਬਾਰੀ ਸੀ ਉਹ ਹੈਰਾਨ ਹੋ ਗਏ ਕਿਉਂਕਿ ਜਿਹੜਾ ਰਾਜਾ ਸੀ ਉਹ ਲੰਗੜਾ ਨਹੀਂ ਸੀ ਤੇ ਨਾਲੇ ਉਹ ਰਾਜਾ ਬਹੁਤ ਜ਼ਿਆਦਾ ਜਿਹੜਾ ਹੈ ਸਿਆਣਾ ਸੀ। ਇਹ ਦੇਖ ਕੇ ਜਿਹੜੇ ਹਨ ਦਰਬਾਰੀ ਉਹ ਅਮੇਜ਼ਡ ਹੋ ਗਏ, ਯਾਨੀ ਕਿ ਹੈਰਾਨ ਰਹਿ ਗਏ, ਦੰਗ ਰਹਿ ਗਏ। ਸੋ ਦੋਸਤੋ ਇਹ ਸੀ ਲੈਸਨ ਤੁਹਾਡਾ ਦਾ ਕਿੰਗ ਹੂ ਲਿਮਡ। ਇਸ ਦੇ ਨਾਲ ਜੁੜੇ ਹੋਏ ਸਾਰੇ ਕੁਐਸਚਨ ਆਨਸਰ।
ਸੋ ਦੋਸਤੋ ਜਲਦੀ ਮਿਲਾਂਗੇ ਨਵੀਂ ਵੀਡੀਓ ਵਿੱਚ, ਨਵੀਂ ਸੀਰੀਜ਼ ਇੱਕ ਸ਼ੁਰੂ ਕਰਾਂਗੇ। ਠੀਕ ਹੈ ਜੀ, ਤੁਹਾਡੇ ਨਾਲ ਤੁਹਾਡੀ ਆਸਾਨੀ ਦੇ ਲਈ। ਸੋ ਤਦ ਤੱਕ ਲਈ ਧੰਨਵਾਦ।